नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। संगरूर में एक व्यक्ति की संदिग्ध परिस्थितियों में हुई मौत, पारिवारिक सदस्यों ने हत्या का लगाया आरोप। नाभा सदर पुलिस ने गांव थूही में चल रहे अवैध माइनिंग का किया पर्दाफाश, 4 लोगों के खिलाफ मामला किया दर्ज। धुरी पुलिस की ओर से चोरी और लूटपाट करने वाले 4 आरोपियों को किया गया गिरफ्तार, 5 मोटरसाइकिल किए बरामद। और अब हलचल विस्तार से। संगरूर जिले के जोलिया गांव में बीती रात रहस्यमयी परिस्थितियों में एक व्यक्ति की मौत हो गई। मृतक के परिजनों का आरोप है कि उनके बेटे को पास के गांव के कुछ लड़कों ने बुरी तरह पीटा था, जिससे इलाज के दौरान उसकी मौत हो गई, जिसके विरोध स्वरूप मृतक के परिजनों व ग्रामीणों द्वारा विरोधी पक्ष के खिलाफ हत्या का मामला दर्ज करने की बात कही जा रही थी, लेकिन पुलिस ने हत्या का कोई मामला दर्ज नहीं किया। इसके विरोध में पीड़ित बीती शाम को इकट्ठा हुए और राष्ट्रीय राजमार्ग को जाम कर दिया। वहीं मृतक की पत्नी के धरने में बैठने के बाद यातायात पूरी तरह से जाम कर दिया गया, जिसके बाद पुलिस के आश्वासन के बाद धरना हटाया गया। इस संबंधी डीएसपी भवानीगढ़ मोहित अग्रवाल ने बताया कि उक्त मामले की जांच कर जल्द ही निराकरण किया जाएगा। मृतक युवक का पोस्टमार्टम करवाकर जो रिपोर्ट आएगी उसके आधार पर कार्रवाई की जाएगी। उन्होंने बताया कि सीसीटीवी फुटेज को भी खंगाला जा रहा है। संगरूर से हलचल के लिए जसवीर मान की रिपोर्ट। ਇਹ ਜੀ ਆਪਣੇ ਨਗਰ ਦਾ ਬੱਚਾ ਸੀ ਜੀ ਅਜੈਬ ਸਿੰਘ। ਉਹਦੀ 38 ਕੁ ਸਾਲ ਦੇ ਤਕਰੀਬਨ ਏਜ ਸੀ। ਉਹ ਆਪਣੇ ਕੰਮਕਾਰ ਤੋਂ ਜੌਲੀਆਂ ਪਿੰਡ ਕਣੀਓ ਆ ਰਿਹਾ ਸੀ ਤੇ ਜੌਲੀਆਂ ਦੇ ਹੀ ਉੱਥੇ ਕੁਝ ਨਸ਼ੇੜੀਆਂ ਨੇ ਜਿਹੜੀ ਥਾਣੇ ਵਾਲੀ ਚੌਂਕੀ ਹੈ ਬਣੀ ਹੋਈ ਜੌਲੀਆਂ ਪਿੰਡ ਦੇ ਵਿੱਚ, ਉਹ ਤੋਂ ਕਿੱਲੇ ਦੀ ਬਾੜ ਤੇ ਇੱਧਰ ਦਿਆਲਗੜ੍ਹ ਵਾਲੀ ਸਾਈਡ ਉੱਥੇ ਘੇਰ ਕੇ ਉਹਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਤੇ ਉਹਦੀ ਕੁੱਟਮਾਰ ਕਰਕੇ ਉੱਥੋਂ ਉਹਨੂੰ ਚੱਕ ਕੇ ਆਪਣੇ ਪਿੰਡ ਲੈ ਗਏ। ਉੱਥੇ ਗੁਰੂ ਘਰ ਦੇ ਲਾਗੇ ਜਾ ਕੇ ਉੱਥੇ ਜਾ ਕੇ ਬਿਠਾਤਾ। ਅਸੀਂ ਗਏ, ਜਿਹੜਾ ਮੁੰਡਾ ਗਿਆ ਹੁਣ ਸਵੇਰੇ ਵੀ ਅਸੀਂ ਜਾ ਕੇ ਦੇਖਿਆ, ਉਹਦੇ ਦੰਦ ਨੇ ਨਾ ਜਿਹੜੇ ਮੂੰਹ ਦੇ ਸਾਰੇ ਉਹਨੇ ਲੱਤਾਂ ਮਾਰ ਕੇ ਕੁੱਟ ਕੇ ਬੁਰੀ ਤਰ੍ਹਾਂ ਉਹ ਅਸੀਂ ਚੁੱਕ ਕੇ ਲੈ ਕੇ ਆਏ ਆ। ਉਹਦੇ ਜਿਉਂਦੇ ਦੇ ਵਿਚਾਰੇ ਦੇ ਉਹਦੇ ਦੰਦ ਉੱਥੇ ਕੱਢ ਕੇ ਮਤਲਬ ਬਹੁਤ ਬੁਰੀ ਤਰ੍ਹਾਂ ਕੁੱਟੇ। ਉਹਦੀਆਂ ਅੱਖਾਂ ਸੁੱਜੀਆਂ ਪਈਆਂ ਨੇ। ਤੁਹਾਨੂੰ ਅਸੀਂ ਵੀਡੀਓ ਵੀ ਦੇਵਾਂਗੇ। ਅਸੀਂ ਸੀਸੀਟੀਵੀ ਫੁਟੇਜਾਂ ਚੈੱਕ ਕਰੀਆਂ ਉੱਥੇ ਦੀਆਂ। ਉੱਥੇ ਜਿਹੜੇ ਉਹ ਨਸ਼ੇੜੀ ਨੇ ਡੰਡੇ ਸੋਟੇ ਹੱਥਾਂ ਦੇ ਵਿੱਚ ਲੈ ਕੇ ਰਾੜਾਂ ਲੈ ਕੇ ਉਹ ਆਉਂਦੇ ਵੀ ਦਿਖ ਰਹੇ ਨੇ, ਜਾਂਦੇ ਵੀ ਦਿਖ ਰਹੇ ਨੇ। ਕੁੱਟਮਾਰ ਕਰੀ ਆ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ। ਬੱਚੇ ਦਾ ਨੁਕਸਾਨ ਕਰਤਾ। ਗਰੀਬ ਪਰਿਵਾਰ ਹੈ, 2 ਪਰਿਵਾਰ ਵਿਚਾਰਾ ਇਕੱਲਾ ਪਾਲ ਰਿਹਾ ਸੀ ਤੇ ਇਹਨਾਂ ਦਾ ਬਹੁਤ ਮਤਲਬ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ, ਉਹਨਾਂ ਨੇ ਕਤਲ ਕੀਤਾ ਸਾਡੇ ਬੱਚੇ ਦਾ ਤੇ ਕਤਲ ਦਾ ਉਹਨਾਂ ਤੇ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਸਾਰੇ ਮੁਲਜ਼ਮਾਂ ਤੇ ਹੋਣੀ ਚਾਹੀਦੀ ਹੈ। ਜਿੰਨੇ ਉਹ ਕੀ ਕਾਰਨ ਜਾਂਦੇ ਸੀ ਉੱਧਰ ਦੀ ਕਿੱਧਰ ਦੀ ਆਉਂਦਾ ਜਾਂਦੇ ਸੀ? ਉਹ ਜੀ ਦਿਹਾੜੀ ਕਰਨ ਵਾਲੇ ਬੰਦੇ ਸੀ। ਜਿੱਥੇ ਉਹਨਾਂ ਨੂੰ ਦਿਹਾੜੀ ਮਿਲ ਜਾਂਦੀ ਦੇਖੋ ਉੱਥੇ ਹੀ ਚਲੇ ਜਾਂਦੇ ਸੀ। ਕਦੇ ਕਿਸੇ ਪਿੰਡ ਮਿਲ ਗਈ ਦਿਹਾੜੀ ਉੱਥੇ ਚਲੇ ਜਾਂਦੇ ਸੀ। ਕੋਈ ਕੰਮਕਾਰ ਦੇ ਸਿਲਸਿਲੇ 'ਚ ਆ ਰਹੇ ਹੋਣੇ ਉੱਥੇ। ਹਾਂਜੀ। ਤੇ ਤੁਹਾਨੂੰ ਕਿਵੇਂ ਘਟਨਾ ਦਾ ਕਦੋਂ ਪਤਾ ਲੱਗਿਆ ਤੇ ਤੁਸੀਂ ਕਦੋਂ ਪਹੁੰਚੇ? ਸਾਨੂੰ ਤਾਂ ਜੀ ਦੇਖੋ ਰਾਤ ਪਤਾ ਲੱਗ ਗਿਆ ਸੀ ਘਟਨਾ ਦਾ, ਜਦੋਂ ਮੁੰਡੇ ਉਹਨੂੰ ਚੱਕ ਕੇ ਲੈ ਕੇ ਆਏ ਨੇ ਜਾ ਕੇ। ਤੇ ਉਹ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਆਪਣੇ ਭਵਾਨੀਗੜ੍ਹ ਸਿਵਲ ਹਸਪੀਟਲ। ਇੱਥੇ ਡਾਕਟਰਾਂ ਨੇ ਉਹਦਾ ਮਾੜਾ ਮੋਟਾ ਜਿਹੜਾ ਫਸਟ ਏਡ ਦੇ ਕੇ ਉਸ ਤੋਂ ਬਾਅਦ ਪਟਿਆਲਾ ਰੈਫਰ ਕਰਤਾ। ਪਟਿਆਲਾ ਜਾ ਕੇ ਉੱਥੇ 20 ਮਿੰਟਾਂ ਬਾਅਦ ਉਸ ਦੀ ਬੱਚੇ ਦੀ ਡੈਥ ਹੋ ਗਈ। ਹੁਣ ਤੁਹਾਨੂੰ ਪੁਲਿਸ ਨੇ ਕੀ, ਪ੍ਰਸ਼ਾਸਨ ਨੇ ਕੀ ਆਸ਼ਵਾਸਨ? ਪ੍ਰਸ਼ਾਸਨ ਨੇ ਜੀ ਸਾਨੂੰ ਬਸ ਹਜੇ ਤਾਂ ਇਹੀ ਕਿਹਾ ਹੈ ਵੀ ਉਹਨਾਂ ਨੂੰ ਫੜਾਂਗੇ, ਉਹਨਾਂ ਤੇ ਸਖਤ ਕਾਰਵਾਈ ਕਰਾਂਗੇ, ਪਰਚਾ ਦੇਵਾਂਗੇ। ਸਾਡੀ ਮੰਗ ਹੈ ਜੀ ਕਤਲ ਦਾ ਪਰਚਾ। ਕਤਲ ਕਰਿਆ ਸਾਡੇ ਬੱਚੇ ਦਾ, ਸਾਰੇ ਨਗਰ ਦਾ ਉਹ ਸਾਂਝਾ ਬੱਚਾ ਸੀ, ਬਹੁਤ ਸਿਆਣਾ ਬੱਚਾ ਸੀ, ਉਹਦੀ ਜਾਨ ਗਈ ਹੈ। ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੇਰਾ ਚਾਚਾ ਸੀਗਾ ਜੀ ਤੇ ਉਹ ਨਾ ਇੱਧਰ ਗਿਆ ਸੀ ਜੌਲੀਆਂ ਜੀ, ਆਪਣਾ ਅਜੈਬ ਸਿੰਘ ਜੀ, ਤੇ ਆਪਣਾ ਦਿਹਾੜੀ ਟੱਪੇ ਦਾ ਕੰਮ ਕਰਦਾ ਸੀ ਤੇ ਜੌਲੀਆਂ ਤੋਂ ਆ ਰਹੇ ਸੀਗਾ ਜੀ ਉੱਧਰੋਂ। ਤੇ ਕੁਛ ਨਸ਼ੇੜੀ ਵਗੈਰਾ ਤੇ ਨਾ ਉੱਧਰੋਂ ਆ ਰਹੇ ਸੀ ਨਾ, ਉਹਨਾਂ ਨੇ ਘੇਰ ਲਿਆ ਉਹਨਾਂ ਨੂੰ ਤੇ ਕੁਛ ਉਹਨਾਂ ਕੋਲੇ ਚਾਚੇ ਉਹਦੇ ਕੋਲ ਪੈਸੇ ਸੀਗੇ ਤੇ ਉਹਨਾਂ ਤੋਂ ਲੁੱਟਮਾਰ ਕੀਤੀ ਗਈ ਤੇ ਨਾਲੇ ਅੱਖਾਂ ਦੇ ਸੱਟਾਂ, ਸੰਗ ਤੋੜਤਾ, ਬੱਖੀਆਂ ਸਾਰੀਆਂ ਉਹ ਕਰਤੀਆਂ, ਨੱਕ ਵਗੈਰਾ ਤੋੜ। ਤੁਹਾਨੂੰ ਕਦੋਂ ਘਟਨਾ ਦਾ ਪਤਾ ਲੱਗਿਆ? ਮੈਨੂੰ ਥੋੜੇ ਟਾਈਮ ਮਗਰੋਂ ਫੋਨ ਆਇਆ ਯਾਰ ਦੋਸਤ ਦਾ, ਕਹਿੰਦਾ ਇੱਦਾਂ ਕਰਕੇ ਤੇਰਾ ਚਾਚਾ ਉੱਥੇ ਪਿਆ ਵੀ ਉਹ ਹੋ ਗਿਆ। ਜਦੋਂ ਮੈਂ ਗਿਆ ਜੌਲੀਆਂ ਵਾਲੇ ਬੈਠੇ ਸੀ ਉੱਥੇ ਮੈਂ ਜਾ ਕੇ ਦੇਖਿਆ ਚਾਚੇ ਦੇ ਸੱਟਾਂ ਵੱਜੀਆਂ ਹੋਈਆਂ, ਖਾਸਾ ਕੁਛ ਹੋਇਆ ਪਿਆ। ਮੈਂ ਘਾਬਰ ਗਿਆ, ਬੌਂਦਲ ਗਿਆ ਜਾ ਕੇ ਵੀ ਇਹ ਕਿੱਦਾਂ ਕੀ ਹੋ ਗਿਆ। ਉਹਨਾਂ ਨੇ ਉਦੋਂ ਬੋਲਣ ਨਹੀਂ ਗਿਆ ਤੇ ਉਹ ਕੁਛ ਸਾਈਡ ਤੇ ਗਏ। ਉਹਨਾਂ ਨੇ ਦੱਸਿਆ ਕਹਿੰਦੇ ਇੱਥੇ ਨਸ਼ੇੜੀ ਦੇ ਕੁਛ ਉਹਨਾਂ ਨੇ
ਕੁੱਟਮਾਰ ਕੀਤੀ ਹੈ ਤੇ ਇਹਦੇ ਕੋਲ ਪੈਸੇ ਤੇ ਉਹ ਖੋਲੇ ਤੇ ਉਸ ਤੋਂ ਬਾਅਦ 'ਚ ਮੈਂ ਆਪਣੇ ਘਰੇ ਲਿਆਇਆ ਉਹਨੂੰ ਤੇ ਉਸ ਤੋਂ ਬਾਅਦ 'ਚ ਚਾਚੇ ਦੇ ਮੁੰਡੇ ਉਹਨਾਂ ਨੇ ਲੈ ਕੇ ਅਸੀਂ ਹਸਪੀਟਲ ਲੈ ਗਏ, ਇੱਥੋਂ ਜਵਾਬ ਦਿੱਤਾ ਤੇ ਉਸ ਤੋਂ ਬਾਅਦ 'ਚ ਅਸੀਂ ਪਟਿਆਲੇ ਲੈ ਚਲੇ। ਪਟਿਆਲੇ ਤੋਂ ਮਗਰੋਂ ਉਸ ਤੋਂ ਬਾਅਦ 'ਚ ਹੀ ਉਹਨਾਂ ਨੇ ਖੂਨ ਸੀਗਾ ਅੰਦਰ ਡੁੱਲਦਾ ਰਿਹਾ ਤੇ ਥੋੜ੍ਹੇ ਟਾਈਮ ਮਗਰੋਂ ਕਹਿੰਦੇ ਪਾਈਪ ਹੋ ਗਈ, ਪਾਈਪ ਤੋਂ ਬਾਅਦ ਥੋੜ੍ਹੇ ਟਾਈਮ ਮਗਰੋਂ ਡੈਥ ਹੋ ਗਈ ਸੀ ਉਹਨਾਂ ਦੀ। ਤੁਸੀਂ ਇਸ ਸੰਬੰਧੀ ਪੁਲਿਸ ਨੂੰ ਕਦੋਂ ਰਿਪੋਰਟ ਕਰੀ ਜੀ ਇਸ ਨਾਲ? ਉਹ ਤੋਂ ਥੋੜ੍ਹੇ ਟਾਈਮ ਮਗਰੋਂ ਹੀ ਕਰਤੀ ਸੀ, ਉਹ ਹੋ ਗਈ ਸੀ। ਪੁਲਿਸ ਦੇ ਮੁਲਾਜ਼ਮ ਪਹੁੰਚ ਗਏ ਸੀਗੇ ਜੀ ਸਮੂਹ ਜਗ੍ਹਾ ਤੇ? ਨਹੀਂ ਪਹੁੰਚੇ ਨਹੀਂ ਸੀਗੇ। ਹੁਣ ਤੁਹਾਨੂੰ ਪੁਲਿਸ ਨੇ ਕੀ ਆਸ਼ਵਾਸਨ ਦੇ ਰਹੀ ਹੈ? ਹੁਣ ਕਹਿ ਤਾਂ ਰਹੀ ਆ ਜੀ, ਕਹਿੰਦੇ ਕਰਾਂਗੇ ਕਾਰਵਾਈ। ਦੇਖੋ ਜੀ ਹੁਣ ਕੋਈ ਸੰਭਾਵਨਾ ਤਾਂ ਹੈ ਨਹੀਂ ਵੀ ਕਰਨਗੇ ਕਿ ਨਾ। ਜਿਹੜੇ ਬੰਦਿਆਂ ਨੇ ਕਰੇ ਤੁਹਾਡੇ ਲਈ ਕੋਈ ਦੀ ਫੋਟੋ ਵਗੈਰਾ ਕੋਈ ਸੀਸੀਟੀਵੀ ਰਿਪੋਰਟ ਦੇਖੀ ਕੁਝ ਤੁਸੀਂ? ਹਾਂਜੀ ਹਾਂ ਦੇਖੀ ਆ ਜੀ। ਪ੍ਰੂਫ ਹੈ ਕਿ ਨਹੀਂ ਜੀ? ਪ੍ਰੂਫ ਹੈਗੇ ਨੇ ਜੀ ਸਾਡੇ ਕੋਲ। ਭਰੋਸਾ ਜੀ ਸਾਨੂੰ ਨਹੀਂ ਹੈਗਾ। ਪੈਸੇ ਕਹਿੰਦੇ ਨੇ ਵੀ ਪੋਸਟਮਾਰਟਮ ਤੋਂ ਬਾਅਦ ਵੀ ਜਿਵੇਂ ਵੀ ਹੋਊਗਾ ਤੁਹਾਡਾ ਅਸੀਂ ਕਰਾਂਗੇ, ਪਰ ਸਾਨੂੰ ਹਾਲੇ ਵੀ ਭਰੋਸਾ ਨਹੀਂ ਹੈਗਾ ਜੀ ਵੀ ਸਾਨੂੰ ਇਨਸਾਫ ਦੇਣਗੇ ਕਿ ਨਹੀਂ ਦੇਣਗੇ। ਕਿਤੇ ਸੱਪ ਵਾਂਗੂ ਮੇਲਦਾ ਗਿਆ, ਮੂੰਹ ਫੁੱਟ ਗਿਆ, ਜਵਾੜਾ ਫੁੱਟ ਗਿਆ, ਖੂਨ ਬੰਦਾ ਮੇਰਾ ਉਧਰ ਰੋਜ਼ ਕੰਮ ਤੇ ਜਾਂਦਾ ਸੀ ਜੀ। ਅੱਗੇ ਕਦੇ ਇਹ ਦੁਰਘਟਨਾ ਨਹੀਂ ਹੋਈ, ਬੰਦਾ ਡਿੱਗਿਆ ਵੀ ਬਹੁਤ ਵਾਰੀ ਹੈ, ਪਰ ਇਹ ਜੀ ਕਦੇ ਹਾਲਤ ਨਹੀਂ ਹੋਈ ਜਿਹੀ ਜੀ ਅਸੀਂ ਹੁਣ ਦੇਖੀ। ਉਹਦਾ ਸਾਰਾ ਕੁਝ ਪਾਟਿਆ ਪਿਆ ਸੀ, ਬੁੱਲ ਵੀ ਪਾਟੇ ਪਏ ਸੀ, ਉਹਦੇ ਹਲਕ ਦੇ ਵਿੱਚ ਅੰਦਰੇ ਖੂਨ ਡਿੱਗੀ ਗਿਆ। ਮੈਂ ਆਪਾਂ ਨੂੰ ਖੁਦ ਨਾਲ ਸੀ, ਜਿਵੇਂ ਚੱਕ ਕੇ ਲਿਆਇਆ ਜਿਹੜੀ ਹਾਲਤ ਆ ਸੀ। ਪਰ ਉਹ ਬੰਦੇ ਨੇ ਬੋਲ ਕੇ ਸਾਨੂੰ ਇਹ ਗੱਲ ਨਹੀਂ ਦੱਸੀ ਵੀ ਮੇਰੇ ਨਾਲ ਹੋਇਆ ਕੀ ਆ। ਉਹ ਤੋਂ ਬੋਲਿਆ ਨਹੀਂ ਜਾ ਰਿਹਾ ਸੀ, ਇਸ ਕਰਕੇ ਅਸੀਂ ਕੁਝ ਕਹਿ ਨਹੀਂ ਸਕਦੇ। ਬੋਲਣ ਜੋਗਾ ਛੱਡੇ ਹੀ ਨਹੀਂ ਜੀ। ਜਵਾੜਾ ਟੁੱਟਿਆ ਹੋਇਆ ਸੀ, ਉਹਦਾ ਅੱਖਾਂ ਸੁੱਜੀਆਂ ਪਈਆਂ ਸੀ, ਕੁੱਟਮਾਰ ਕਰਕੇ ਮਾਰਿਆ ਇਹਨਾਂ ਨੇ। ਹੁਣ ਇਹ ਕਹਿੰਦੇ ਨੇ ਵੀ ਐਕਸੀਡੈਂਟ ਹੈ, ਐਕਸੀਡੈਂਟ ਹੈ। ਐਕਸੀਡੈਂਟ ਨਹੀਂ ਲੱਗਦਾ ਜੀ, ਉਹ ਤਾਂ ਮਾਰਿਆ ਤੁਹਾਨੂੰ ਇਹਨਾਂ ਨੇ। ਹੁਣ ਇਹ ਸਾਨੂੰ ਇਨਸਾਫ ਦਿਵਾਉਂਦੇ ਨੇ, ਕਹਿੰਦੇ ਨੇ ਵੀ ਪੋਸਟਮਾਰਟਮ ਤੋਂ ਬਾਅਦ ਵੀ ਅਸੀਂ ਕਰਵਾਓ। ਉਸ ਤੋਂ ਬਾਅਦ ਬੇਨਤੀ ਕਰਦੇ ਹਾਂ ਅਸੀਂ ਸਰਕਾਰ ਨੂੰ ਵੀ ਸਾਨੂੰ ਭਗਵੰਤ ਮਾਨ ਨੂੰ ਵੀ ਕਹਿੰਦੇ ਹਾਂ ਅਸੀਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਬੇਸਿਕਲੀ ਜੀ ਸਵੇਰ ਤੋਂ ਉਹੀ ਗੱਲ ਚੱਲ ਰਹੀ ਹੈ ਜੀ। ਪਰਿਵਾਰ ਦੇ ਬੰਦੇ ਸਾਡੇ ਨਾਲ ਨੇ। ਇਹ ਜਿਹੜਾ ਰਾਤ ਐਕਸੀਡੈਂਟ ਦੇ ਵਿੱਚ ਡੈਥ ਹੋਈ ਹੈ ਉਹਦੇ ਬਾਰੇ ਉਹਨਾਂ ਨੂੰ ਸ਼ੱਕ ਹੈ ਕਿ ਇਸ ਦੇ ਵਿੱਚ ਸ਼ਾਇਦ ਕੁੱਟਮਾਰ ਦੇ ਨਾਲ ਡੈਥ ਹੋਈ ਹੈ, ਬਟ ਜਿੰਨੀ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਉਹ ਐਕਸੀਡੈਂਟਲ ਕੇਸ ਪਾਇਆ ਗਿਆ ਹੈ। ਦੂਸਰੇ ਬੰਦੇ ਦੀ ਵੀ ਲੱਤ ਟੁੱਟੀ ਹੈ ਤੇ ਇਹਦੀ ਮੌਕਾ ਦੇ ਉੱਤੇ ਜਿਹੜੇ ਬੰਦੇ ਦੀ ਡੈਥ ਪਾਈ ਗਈ ਹੈ। ਬਾਕੀ ਤਫਤੀਸ਼ ਅਜੇ ਜਾਰੀ ਹੈ। ਉਹੀ ਪਰਿਵਾਰ ਨੂੰ ਭਰੋਸਾ ਦਿਵਾਇਆ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਫੇਅਰ ਹੋ ਰਹੀ ਹੈ। ਸਵੇਰ ਤੋਂ ਇਹਨਾਂ ਦੇ ਪਰਿਵਾਰ ਦੇ ਬੰਦੇ ਵੀ ਸਾਡੇ ਨਾਲ ਨੇ। ਕੁਝ ਮਿਸਕਮਿਊਨੀਕੇਸ਼ਨ ਹੋ ਗਿਆ ਸੀ ਇਹਨਾਂ ਨੂੰ, ਜਿਹਦੇ ਕਰਕੇ ਕੁਝ ਬੰਦੇ ਇਹਨਾਂ ਦੇ ਉਰੇ ਆ ਕੇ ਬੈਠ ਗਏ। ਉਹਨਾਂ ਨੇ ਸਾਰਿਆਂ ਨੇ ਜਦੋਂ ਆਪਸ 'ਚ ਗੱਲਬਾਤ ਕੀਤੀ ਹੈ, ਤਾਲਮੇਲ ਹੋਇਆ, ਤਾਂ ਫਿਰ ਉਹ ਉੱਥੋਂ ਉੱਠ ਕੇ ਹੁਣ ਸਾਡੇ ਨਾਲ ਉਹਨਾਂ ਨੇ ਆਪਣੀ ਇੱਕ ਜਿਹੜੇ ਹੈਗੇ ਨੇ 5-4 ਬੰਦੇ ਦਿੱਤੇ ਨੇ ਜਿਹੜੇ ਸਾਡੇ ਦੇ ਨਾਲ ਸਾਰੀ ਤਫਤੀਸ਼ ਦੇ ਵਿੱਚ ਰਹਿਣਗੇ, ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਪੂਰਾ ਭਰੋਸਾ ਹੈ। ਤਾਂ ਉਹ ਸਾਰੀ ਤਫਤੀਸ਼ ਜਲਦ ਤੋਂ ਜਲਦ ਮੁਕੰਮਲ ਕਰਕੇ ਇਸ ਕੇਸ ਨੂੰ ਜਿਹੜਾ ਹੈਗਾ ਨਿਬੇੜਿਆ ਜਾਏਗਾ। ਸਰ ਹਾਲਾਤ ਕਹਿੰਦੇ ਸੀ ਜਿਵੇਂ ਫੋਟੋ ਆਈ ਆ ਜੀ ਵੀ ਐਵੇਂ ਜੀ ਕਾਫੀ ਆਸ਼ੰਕਾ ਜੀ ਰੱਖੀ ਜਾਂਦੀ। ਦੇਖੋ ਜੀ ਆਏ ਹੈ ਵੀ ਐਕਸੀਡੈਂਟ ਜਦੋਂ ਹੁੰਦਾ ਨਾ ਜੀ, ਐਕਸੀਡੈਂਟ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਇਨਸੀਡੈਂਟ ਹੁੰਦੇ ਨੇ। ਕਈ ਵਾਰੀ ਕਿਸੇ ਦੇ ਝਰੀਟਾਂ ਹੁੰਦੀਆਂ ਨੇ, ਕੋਈ ਮੁੱਦੇ ਮੁੱਢ ਡਿੱਗਦਾ, ਕੋਈ ਸਿੱਧੇ ਮੁੱਢ ਡਿੱਗਦਾ। ਕਿਸ ਤਰੀਕੇ ਦੇ ਨਾਲ ਅਲੱਗ-ਅਲੱਗ ਕੋਈ ਵੀ ਆਪਾਂ ਕਹਿ ਨਹੀਂ ਸਕਦੇ। ਉਹ ਡਾਕਟਰ ਦੇ ਆਪਣੇ ਰਿਪੋਰਟ ਦੇ ਵਿੱਚ ਦੱਸਣਾ ਜੀ। ਉਹ ਡਾਕਟਰ ਜਿਹੜਾ ਮੈਡੀਕਲ ਰਿਪੋਰਟ ਹੋਣੀ ਹੈ, ਪੋਸਟਮਾਰਟਮ ਹੋਣਾ, ਉਹਦੇ ਵਿੱਚ ਚੀਜ਼ਾਂ ਕਲੀਅਰ ਹੋਣੀਆਂ ਹੁੰਦੀਆਂ ਨੇ। ਸੋ ਅਸੀਂ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਪਰਿਵਾਰ ਨਾਲ ਇਹੀ ਉਹਨਾਂ ਨੂੰ ਸਮਝਾਇਆ ਸੀਗਾ, ਅਸੀਂ ਪਹਿਲਾਂ ਪੋਸਟਮਾਰਟਮ ਕਰਾਵਾਂਗੇ, ਉਹਦੀ ਰਿਪੋਰਟ ਦੇ ਆਧਾਰ ਦੇ ਉੱਤੇ ਜੋ ਕਾਰਵਾਈ ਬਣੇਗੀ ਉਹ ਅਸੀਂ ਅਮਲ 'ਚ ਲਿਆਵਾਂਗੇ। ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਉਹਨਾਂ ਦੀ ਕੋਈ ਬੈਕਗ੍ਰਾਉਂਡ ਦੀ ਹਿਸਟਰੀ ਤੁਸੀਂ ਕਲੀਅਰ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਸੀਗੇ? ਦੇਖੋ ਜੀ ਉਹਦੇ ਵਿੱਚ ਤਾਂ ਇਹ ਸੀਗਾ ਸੈਰ ਕਰ ਰਹੇ ਸੀਗੇ। ਸਾਨੂੰ ਸੀਸੀਟੀਵੀ ਫੁਟੇਜ ਮਿਲ ਗਈ ਹੈ, ਸਾਨੂੰ ਮੌਕੇ ਦੀ ਸੀਸੀਟੀਵੀ ਫੁਟੇਜ ਮਿਲ ਗਈ ਹੈ ਜੀ। ਉਹ ਸੀਸੀਟੀਵੀ ਫੁਟੇਜ ਦੇ ਵਿੱਚ 3 ਨੌਜਵਾਨ ਸੈਰ ਕਰਦੇ ਜਾ ਰਹੇ ਨੇ, ਉਹਨਾਂ ਦੇ ਵਿੱਚ ਐਕਸੀਡੈਂਟ ਹੁੰਦਾ ਹੈ। ਐਕਸੀਡੈਂਟ ਤੋਂ ਬਾਅਦ ਉਹ ਉੱਥੋਂ ਦੀ ਜਿਹੜਾ ਹੈਗਾ ਦੋਨੋਂ ਜਿਹੜੇ ਬੰਦੇ ਨੇ ਕੁਝ ਗੈਪ ਦੇ ਵਿੱਚ ਪਹਿਲਾਂ ਇੱਕ ਬੰਦਾ ਜਾਂਦਾ ਹੈ, ਦੂਸਰਾ ਜਿਹੜਾ ਬੰਦਾ ਹੈਗਾ ਜਿਹਦੀ ਡੈਥ ਹੁੰਦੀ ਹੈ ਉਹ 3-4 ਮਿੰਟ ਦੇ ਗੈਪ ਤੇ ਉਹਨੂੰ ਵੀ ਚੱਕ ਕੇ ਇੱਕ ਲੋਕਲ ਡਾਕਟਰ ਕੋਲੇ ਲੈ ਕੇ ਜਾਇਆ ਜਾਂਦਾ ਹੈ। ਬਾਅਦ ਦੇ ਵਿੱਚ ਉਹ ਭਵਾਨੀਗੜ੍ਹ ਤੇ ਫਿਰ ਰਜਿੰਦਰਾ ਰੈਫਰ ਹੋ ਜਾਂਦੇ ਨੇ। ਤੋਂ ਇਸ ਤਰੀਕੇ ਦੇ ਨਾਲ ਇਨੀਸ਼ੀਅਲੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਇੱਕ ਐਕਸੀਡੈਂਟਲ ਕੇਸ ਸਾਨੂੰ ਦਿਸਿਆ ਹੈ। ਠੀਕ ਹੈ ਜੀ, ਜਿੰਨੀ ਸੀਸੀਟੀਵੀ ਫੁਟੇਜ ਦੱਸ ਰਹੀ ਹੈ। ਬਾਕੀ ਮੈਡੀਕਲ ਰਿਪੋਰਟ ਹੈ ਜਿਹੜੀ ਉਹਦੇ ਬੇਸਿਸ ਤੇ ਜਿਹੜੀ ਹੋਰ ਕੋਈ ਕਾਰਵਾਈ ਬਣਦੀ ਹੋਏਗੀ ਉਹ ਜ਼ਰੂਰ ਅਮਲ 'ਚ ਲਿਆਵਾਂਗੇ। ਸਰ ਸੀਸੀਟੀਵੀ ਫੁਟੇਜ ਸਾਨੂੰ ਚਾਹੀਦੀ ਹੈ ਜੀ। ਸੀਸੀਟੀਵੀ ਫੁਟੇਜ ਤੁਹਾਨੂੰ ਦੇ ਦਾਂਗੇ ਜੀ। ਹਜੇ ਜਿਹੜੀ ਹੈਗੀ ਹੈ ਉਹ ਸਾਡੇ ਕੋਲੇ ਅਸੀਂ ਆਪਦਾ ਸਿਸਟਮ 'ਚ ਦੇਖਿਓ, ਉਹ 'ਚੋਂ ਕੱਢ ਕੇ ਤੁਹਾਨੂੰ ਜਦੋਂ ਚਾਹੀਦੀ ਹੋਏਗੀ ਅਸੀਂ ਪ੍ਰੋਵਾਈਡ करा देंगे। पंजाब सरकार की ओर से सख्त हिदायतें जारी की गई हैं कि अगर कोई भी व्यक्ति माइनिंग करता हुआ पकड़ा गया तो उसके खिलाफ सख्त कार्रवाई की जाएगी, जिसके तहत नाभा सदर पुलिस ने माइनिंग विभाग के अधिकारियों की रिपोर्ट पर नाभा ब्लॉक के गांव थूही में चल रहे माइनिंग को लेकर 4 व्यक्तियों के खिलाफ मामला दर्ज किया है और मौके पर जेसीबी मशीन और 4 ट्रैक्टर ट्रालियों को अपने कब्जे में ले लिया है। इस मौके पर एक वीडियो भी सामने आई है जिसमें माइनिंग करने वाले व्यक्ति सरेआम माइनिंग विभाग के अधिकारियों को धमका रहे हैं और गाली गलौज भी करते हुए दिखाई दे रहे हैं। तो वहीं इस मौके पर जमीन के मालिक गुरमीत सिंह ने आरोप लगाते हुए कहा कि यह जो जमीन है ये उसकी है और यह जमीन उसने इन व्यक्तियों को ठेके पर दी थी, लेकिन इन्होंने उससे बिना पूछे उसके खेत में से मिट्टी चोरी कर बेच दी। उन्होंने कहा कि वे दोषियों के खिलाफ सख्त कार्रवाई की मांग करते हैं।
तो वहीं इस मौके पर नाभा सदर थाना के एसएचओ गुरप्रीत सिंह भिंडर ने बताया कि उन्हें माइनिंग विभाग के इंस्पेक्टर की ओर से इस मामले से संबंधी शिकायत आई थी। उन्होंने कहा कि इसी के तहत उन्होंने वहां रेड की और उन्होंने इस मामले में 4 व्यक्तियों को गिरफ्तार किया है और उनके खिलाफ माइनिंग एक्ट के तहत मामला दर्ज कर लिया गया है। नाभा से हलचल के लिए राहुल खुराना की रिपोर्ट। ਉਹੀ ਪਿੰਡ ਮੇਰੀ ਮਾਤਾ ਦੀ ਜ਼ਮੀਨ ਹੈ ਜੀ, ਉਹ ਅਸੀਂ ਠੇਕੇ ਤੇ ਦਿੱਤੀ ਹੋਈ ਸੀਗੀ। ਉੱਥੋਂ ਜਿਹੜੇ ਬੰਦਿਆਂ ਨੂੰ ਠੇਕੇ ਤੇ ਦਿੱਤੀ ਹੋਈ ਸੀ ਉਹ ਉੱਥੋਂ ਮਾਈਨਿੰਗ ਨਜਾਇਜ਼ ਧੱਕੇ ਨਾਲ ਮਿੱਟੀ ਚੱਕ ਰਹੇ ਸੀ, ਚੋਰੀ ਤੋਂ, ਸਾਡੇ ਚੋਰੀ ਤੋਂ। ਜਦੋਂ ਪੁਲਿਸ ਨੇ ਜਾ ਕੇ ਕਾਰਵਾਈ ਕੀਤੀ ਹੈ, ਪਰਚਾ ਦਰਜ ਹੋਇਆ ਇਹਨਾਂ ਦੇ ਮਾਈਨਿੰਗ ਐਕਟ ਦੇ ਤਹਿਤ, ਫਿਰ ਸਾਨੂੰ ਪਤਾ ਲੱਗਿਆ। ਅਸੀਂ ਵੀ ਪੁਲਿਸ ਨੂੰ ਐਪਲੀਕੇਸ਼ਨ ਦਿੱਤੀ ਆ ਵੀ ਸਾਡੀ ਜ਼ਮੀਨ 'ਚੋਂ ਮਿੱਟੀ ਚੋਰੀ ਕੀਤੀ ਗਈ ਆ, ਉਹ ਵੀ ਧਾਰਾ ਚੋਰੀ ਦੀ ਧਾਰਾ ਵੀ ਨਾਲ ਲਾਈ ਜਾਵੇ। ਤੁਹਾਨੂੰ ਬਿਲਕੁਲ ਵੀ ਨਹੀਂ ਦੱਸਿਆ ਹੈਗਾ ਵੀ ਸਾਨੂੰ ਦੇਖੋ, ਸਾਡੀ ਉਹਨਾਂ ਨੇ ਕੋਈ ਸਹਿਮਤੀ ਨਹੀਂ ਲਈ ਹੈਗੀ ਮਿੱਟੀ ਚੋਰੀ ਕਰਨ ਵਾਸਤੇ। ਸਾਨੂੰ ਤਾਂ ਇਹ ਪੁਲਿਸ ਦਾ ਜਦੋਂ ਪਰਚਾ ਦਰਜ ਹੋਇਆ ਉਸ ਤੋਂ ਹੀ ਪਤਾ ਲੱਗਿਆ ਵੀ ਇਹ ਉੱਥੋਂ JCB ਵਗੈਰਾ ਲਾ ਕੇ ਟਰੈਕਟਰ ਟਰਾਲੀਆਂ ਮਿੱਟੀ ਚੋਰੀ ਕਰ ਰਹੇ ਸੀਗੇ। ਹਾਲਾਂਕਿ ਇਹਨਾਂ ਨੂੰ ਕੋਈ ਹੱਕ ਨਹੀਂ ਸੀ ਮਿੱਟੀ ਚੱਕਣ ਦਾ, ਮਿੱਟੀ ਚੋਰੀ ਕਰਨ ਦਾ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਮੰਗ ਕਰਦੇ ਹਾਂ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਇਹਦੇ 'ਚ ਸਾਡੇ ਕੋਲ ਸ਼੍ਰੀ ਮਯੂਰ ਗਰਗ ਮਾਈਨਿੰਗ ਇੰਸਪੈਕਟਰ ਸਾਹਿਬ ਨੇ ਕੰਪਲੇਂਟ ਕੀਤੀ ਸੀ ਵੀ ਪਿੰਡ ਥੂਹੀ ਦੇ ਜਿਹੜੇ ਗੁਰਵਿੰਦਰ ਸਿੰਘ, ਸਤਪਾਲ ਸਿੰਘ, ਨੇਤਰ ਸਿੰਘ ਤੇ ਲਾਲ ਸਿੰਘ, ਇਹ 4 ਜਣੇ ਆ ਉੱਥੋਂ ਟਰੈਕਟਰ ਟਰਾਲੀਆਂ JCB ਲਾ ਕੇ ਜਿਹੜੀ ਆ ਉਹ ਮਾਈਨਿੰਗ ਕਰ ਰਿਹਾ। ਫਿਰ ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਮਾਈਨਿੰਗ ਇੰਸਪੈਕਟਰ ਨੇ ਉਹਨਾਂ ਦਾ ਚਲਾਨ ਕੱਟਣ ਦੀ ਕੋਸ਼ਿਸ਼ ਕਰੀ ਤਾਂ ਉਹਨਾਂ ਨੇ ਅੱਗੇ ਕਾਫੀ ਉਹਨਾਂ ਨਾਲ ਮਿਸਬਿਹੇਵ ਵੀ ਕੀਤਾ, ਬਹਿਸ ਵੀ ਕੀਤੀ। ਸੋ ਅਸੀਂ ਆਪਣੀ FIR ਦਰਜ ਕਰਤੀ ਹੈ ਤੇ 4 ਟਰੈਕਟਰ ਟਰਾਲੀਆਂ, ਜਿਨ੍ਹਾਂ ਦੇ ਵਿੱਚੋਂ 4 ਟਰੈਕਟਰ, 3 ਟਰਾਲੀਆਂ, 1 JCB, ਉਹ ਅਸੀਂ ਕਬਜ਼ੇ 'ਚ ਲੈ ਲਿਆ। ਜੋ 1 ਟਰੈਕਟਰ ਟਰਾਲੀ 'ਚ ਮਿੱਟੀ ਵੀ ਭਰੀ ਹੋਈ ਸੀ ਤੇ ਉਹਨਾਂ 4 ਦੀ ਅਸੀਂ ਅਰੈਸਟ ਪਾ ਲਈ ਹੈ। ਕਾਨੂੰਨ ਅਨੁਸਾਰ ਅੱਗੇ ਕਾਰਵਾਈ ਕਰ ਰਹੇ। ਪਤਾ ਲੱਗਿਆ ਕਿ ਕਦੋਂ ਤੋਂ ਕਰਦੇ ਸੀਗੇ ਇਹ ਮਿੱਟੀ ਪਾਉਣ ਦਾ ਕੰਮ ਤਾਂ ਤਕਰੀਬਨ 3-4 ਮਹੀਨੇ ਤੋਂ ਕਰ ਰਹੇ ਸੀ, ਪਰ ਇਹਦੇ ਸੰਬੰਧੀ ਕੋਈ ਇਹਨਾਂ ਕੋਲ ਪਰਮਿਸ਼ਨ ਵਗੈਰਾ ਕੋਈ ਨਹੀਂ ਸੀ। ਜਿਹੜੇ ਥੂਹੀ ਪਿੰਡ ਜਿੱਥੋਂ ਇਹ ਮਿੱਟੀ ਪੱਟ ਰਹੇ ਸੀ, ਫਿਰ ਤਾਂ ਹੀ ਉਹ ਮਾਈਨਿੰਗ ਸਟਾਫ ਵਾਲੇ ਇੰਸਪੈਕਟਰ ਸਾਹਿਬ ਨੇ ਇਹਨਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕਰਾਈ। ਕਿੰਨੇ ਕੁ ਮਤਲਬ ਪੱਟੀ ਗਈ ਸੀ ਮਿੱਟੀ ਵਗੈਰਾ? ਇਹ ਕਰੀਬ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ 4 ਫੁੱਟ ਤੋਂ ਵੱਧ ਜਿਹੜੀ ਮਿੱਟੀ ਉੱਥੋਂ ਇਹਨਾਂ ਨੇ ਚੱਕੀ ਹੋਈ ਹੈ। ਇਹ ਮੌਕੇ ਤੇ ਗ੍ਰਿਫਤਾਰ ਕੀਤੇ ਕੋਈ ਜਿਹੜੇ ਮੇਨ ਅਕਿਊਜ਼ਡ? ਮੌਕੇ ਤੇ ਜਿਹੜੇ 4 ਬੰਦੇ ਬਾਈ ਨੇਮ ਜਿਨ੍ਹਾਂ ਦੇ ਕੰਪਲੇਂਟ ਹੋਈ ਸੀ, ਉਹ ਚਾਰੇ ਅਸੀਂ ਮੌਕੇ ਤੋਂ ਅਰੈਸਟ ਕਰ ਲਏ ਸੀ ਤੇ ਇਸ ਤੋਂ ਇਲਾਵਾ ਜਿਹੜੀਆਂ ਮੌਕੇ ਤੋਂ ਟਰੈਕਟਰ ਟਰਾਲੀਆਂ ਉਹ ਕਬਜ਼ੇ 'ਚ ਲੈ ਕੇ ਉਹਦੀ ਅਗਲੀ ਕਾਰਵਾਈ ਆਰੰਭ ਕਰਤੀ। ਬਾਕੀ ਇਹਦੇ 'ਚ ਅਸੀਂ ਜ਼ਮੀਨ ਦੀ ਮਾਲਕੀ ਸੰਬੰਧੀ ਕਾਗਜ਼ ਕਢਾ ਰਹੇ ਹਾਂ ਤੇ ਅਗਰ ਮਾਲਕੀ ਕਿਸੇ ਹੋਰ ਦੀ ਹੋਈ ਮਿੱਟੀ ਇਹ ਚੱਕ ਰਹੇ ਹੋਏ ਤਾਂ ਉਹਦੇ ਅਨੁਸਾਰ ਵੀ ਜਿਹੜੀ ਅੱਗੇ ਕਾਰਵਾਈ ਹੋਊਗੀ। ਇਹ ਪਤਾ ਵੀ ਲੱਗਿਆ ਵੀ ਜਿਹੜਾ ਜ਼ਮੀਨ ਵੀ ਜਿਹੜਾ ਹੈ ਕਿਸੇ ਦੀ ਸੀ, ਉਹਨਾਂ ਦਾ ਕੋਈ ਪਰਮਿਸ਼ਨ ਲਈ ਹੈਗੀ, ਮਤਲਬ ਬਾਹਰੋਂ ਵੇਚ ਰਹੀ ਸੀ ਇਹ ਮਿੱਟੀ? ਇਹ ਕੋਈ ਇੰਨਾ ਕੁ ਪਤਾ ਲੱਗਿਆ ਵੀ ਇਹ ਜ਼ਮੀਨ ਸੰਬੰਧੀ ਕੋਈ ਇਹਨਾਂ ਦਾ ਪਹਿਲਾਂ ਡਿਸਪਿਊਟ ਵੀ ਚੱਲ ਰਿਹਾ ਤੇ ਉਹ ਅਸੀਂ ਅਜੇ ਪੇਪਰ ਵਾਚ ਕਰ ਰਹੇ ਹਾਂ। ਜੇ ਜਦੋਂ ਵੀ पेपर साढ़े को आउणगे उहदे मुताबिक अगे जिहड़ी कार्रवाई। धुरी में पिछले कई दिनों से लगातार घरों में लूटपाट और मोटरसाइकिल चोरी होने की घटनाएं सामने आई हैं। कई बार मोटरसाइकिल चोर सीसीटीवी कैमरे में भी कैद हुए। पुलिस इनकी तलाश में लगी हुई थी। पुलिस को उस समय बड़ी सफलता हाथ लगी जब 4 मोटरसाइकिल चोरों को गिरफ्तार किया गया। धुरी सिटी स्टेशन में रखी गई प्रेस वार्ता में डीएसपी योगेश शर्मा ने बताया कि पकड़े गए चोरों में से 3 मलेरकोटला जिला के रोहिड़ा गांव के रहने वाले हैं और पूछताछ में यह सामने आया है यह लोग मलेरकोटला में ही चोरी किए गए मोटरसाइकिल को बेचते थे। उन्होंने बताया कि पकड़े गए आरोपियों के पास से 5 मोटरसाइकिल बरामद किए गए हैं और इससे पहले भी कई मोटरसाइकिल बरामद हो चुके हैं। फिलहाल इस संबंधी पूछताछ की जा रही है। धुरी से हलचल के लिए जसवीर मान की रिपोर्ट। ਇਹਦੇ 'ਚ ਨਾ ਜੀ ਬੇਸਿਕਲੀ ਪਿਛਲੇ ਕੁਝ ਸਮੇਂ ਤੋਂ ਦੌਰਾਨ ਵਹੀਕਲ ਥੈਫਟ ਦੀਆਂ ਕਾਫੀ ਕੰਪਲੇਂਟਸ ਆ ਰਹੀਆਂ ਸੀਗੀਆਂ ਸਿਟੀ ਧੂਰੀ ਦੇ ਵਿੱਚ। ਮੋਟਰਸਾਈਕਲ ਚੋਰੀ ਹੋ ਰਹੇ ਸੀਗੇ, ਸਪੈਸੀਫਿਕਲੀ ਸਪਲੈਂਡਰ ਮੋਟਰਸਾਈਕਲਸ। ਤਾਂ ਉਹਦੇ ਚੱਲਦੇ ਹੋਏ ਅੱਜ 4 ਜਿਹੜੇ ਵਹੀਕਲ ਚੋਰ ਆ ਉਹ ਰਾਉਂਡ ਅਪ ਕੀਤੇ ਹੈਗੇ ਆ। 4 ਦੇ ਤੋਂ 5 ਮੋਟਰਸਾਈਕਲ ਜਿਹੜੇ ਬਰਾਮਦ ਹੋਏ ਹੈਗੇ ਆ। ਇਹ ਚਾਰੇ ਜਿਹੜੇ ਕੁੱਕ ਕਲਾਂ ਤੇ 4 ਦੇ ਵਿੱਚੋਂ 3 ਜਣੇ ਜੱਗਾ, ਰਾਜੂ, ਸੁਖਜੀਤ, ਜਗਤਾਰ, ਇਹ ਕੁੱਕ ਕਲਾਂ ਤੇ ਰੋਹਿੜਾ ਪਿੰਡ ਹੈਗੇ ਆ ਜੀ, ਅਹਿਮਦਗੜ੍ਹ 'ਚ ਪੈਂਦੇ ਹੈਗੇ ਆ, ਉੱਥੋਂ ਨੂੰ ਬਿਲੋਂਗ ਕਰਦੇ ਆ। ਉੱਥੋਂ ਆ ਕੇ ਇਹ ਧੂਰੀ ਦੇ ਵਿੱਚੋਂ ਵਾਰਦਾਤ ਕਰਕੇ ਉੱਥੇ ਅੱਗੇ ਜਿਹੜਾ ਹੈਗਾ ਮੋਟਰਸਾਈਕਲ ਚੋਰੀ ਕਰਕੇ ਮਲੇਰਕੋਟਲੇ ਜਿਹੜਾ ਅੱਗੇ ਸਪਲਾਈ ਕਰਦੇ ਸੀਗੇ। ਉਹ ਅਸੀਂ ਸਾਰਾ ਵੈਰੀਫਾਈ ਕਰਕੇ ਵੀ ਫਰਦਰ ਇਹ ਕਿਹੜੇ ਡੀਲਰ ਨੂੰ ਦਿੰਦੇ ਸੀਗੇ ਉਹਨਾਂ ਨੂੰ ਵੀ ਰਾਉਂਡ ਅਪ ਕਰ ਰਹੇ ਹਾਂ। ਅਤੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਵੀਕ ਵੀ ਜਿਹੜੇ ਕੁਛ ਚੋਰ ਇਸ ਤਰੀਕੇ ਨਾਲ ਹੀ ਰਾਉਂਡ ਅਪ ਕੀਤੇ ਸੀ ਜਿਨ੍ਹਾਂ ਤੋਂ 6 ਮੋਟਰਸਾਈਕਲ ਜਿਹੜੇ ਬਰਾਮਦ ਹੋਏ ਸੀਗੇ। ਤਾਂ ਟੋਟਲ 11 ਮੋਟਰਸਾਈਕਲ ਵਿਦਿਨ 10 ਡੇਜ਼ ਜਿਹੜੇ ਅਸੀਂ ਬਰਾਮਦ ਕਰ ਚੁੱਕੇ ਹਾਂ ਜਿਹੜੇ ਚੋਰੀਆਂ ਹੋਈਆਂ ਸੀਗੀਆਂ ਸਿਟੀ ਧੂਰੀ ਤੋਂ।
ਤੇ ਨਾਲ ਹੀ ਕੁਝ ਕੰਪਲੇਂਟ ਆ ਰਹੀਆਂ ਸੀਗੀਆਂ ਚੋਰੀ ਦੀਆਂ ਸ਼ਿਵਪੁਰੀ ਮਹੱਲਾ ਦੇ ਵਿੱਚੋਂ ਤੇ ਤਹਿਸੀਲ ਮਹੱਲਾ ਦੇ ਵਿੱਚੋਂ। ਤਾਂ ਉਹਦੇ ਇਵਜ ਦੇ ਵਿੱਚ ਵੀ ਅਸੀਂ ਇੱਕ FIR ਨੰਬਰ 30 ਰਜਿਸਟਰ ਕੀਤੀ ਹੈਗੀ ਆ। ਉਹਦੇ ਵਿੱਚ ਅਸੀਂ ਚੋਰ ਆਇਡੈਂਟੀਫਾਈ ਕਰ ਲਏ ਹੈਗੇ ਆ ਜਿਹੜੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ, ਜਿਹੜੇ ਕੁਝ ਟਾਈਮ ਪਹਿਲਾਂ ਹੀ ਜਿਹੜੇ ਹੈਗੇ ਆ ਇਹ ਜੇਲ੍ਹ ਤੋਂ ਆਏ ਸੀਗੇ। ਜੇਲ੍ਹ ਤੋਂ ਆਉਣ ਸਾਰ ਹੀ ਇਹਨਾਂ ਦੇ ਪੁਰਾਣੇ ਕਾਫੀ ਪਰਚੇ ਹੈਗੇ ਆ ਸਾਰਿਆਂ ਦੀ। ਤਾਂ ਇਸ ਤੋਂ ਬਾਅਦ ਇਹਨਾਂ ਨੇ ਵਾਰਦਾਤਾਂ ਇਹ ਕਰਨੀਆਂ ਸਟਾਰਟ ਕਰਨੀਆਂ। ਇਹ ਕਨੈਕਟਡ ਕੋਠੇ ਹੈਗੇ ਆ, ਮਤਲਬ ਘਰਾਂ ਦੀਆਂ ਛੱਤਾਂ ਹੈਗੀਆਂ ਜਿਹੜੀਆਂ ਉਹਨਾਂ ਉੱਪਰ ਚੜ੍ਹ ਜਾਂਦੇ ਨੇ, ਤਾਂ ਅਲਟੀਮੇਟਲੀ ਕਿਤੇ ਨਾ ਕਿਤੇ ਜਿੱਥੇ ਇਹਨਾਂ ਨੂੰ ਖਾਲੀ ਘਰ ਲੱਗਦਾ ਉੱਥੇ ਇਹ ਵਾਰਦਾਤ ਕਰ ਦਿੰਦੇ ਆ। ਇਹਨਾਂ ਜਿਹੜੇ 4-5 ਜਿਹੜੇ ਜਿਨ੍ਹਾਂ ਦੇ ਖਿਲਾਫ ਅਸੀਂ FIR ਦਰਜ ਕੀਤੀ ਹੈਗੀ ਆ, ਅਜੇ ਅਸੀਂ ਉਹਨਾਂ ਦੇ ਨਾਮ ਡਿਸਕਲੋਜ਼ ਨਹੀਂ ਕਰਾਂਗੇ, ਪਰ ਉਹਨਾਂ ਦੇ ਵਿੱਚੋਂ ਅਸੀਂ ਇੱਕ ਬੰਦਾ ਜਿਹੜਾ ਹੈਗਾ ਉਹ ਅੱਜ ਐਪਰੀਹੈਂਡ ਕਰ ਲਿਆ ਹੈਗਾ। ਉਹਦਾ ਨਾਮ ਹੈਪੀ ਖਾਨ ਹੈ ਜੀ। ਇਹ ਘੇਰੂ ਰੋਡ ਪੈਟਰੋਲ ਪੰਪ ਦੇ ਬੈਕ ਸਾਈਡ ਰਹਿੰਦਾ ਹੈਗਾ। ਇਹਨੇ 4-5 ਵਾਰਦਾਤਾਂ ਜਿਹੜੀਆਂ ਹੈਗੀਆਂ ਸ਼ਿਵਪੁਰੀ ਮਹੱਲੇ ਦੀਆਂ ਮੰਨੀਆਂ ਹੈਗੀਆਂ। ਕੁਛ ਜਿਹੜਾ ਸਮਾਨ ਵੀ ਜਿਹੜਾ ਬਰਾਮਦ ਹੋਇਆ ਹੈਗਾ ਅਤੇ ਕੁਛ ਮੰਨ ਰਿਹਾ ਹੈਗਾ, ਜਿਵੇਂ ਇਹਨਾਂ ਨੇ ਇਨਵਰਟਰ ਦੇ ਕਿਤੋਂ ਬੁਫਰ, ਕਿਤੋਂ ਟੂਟੀਆਂ, ਮਤਲਬ ਛੋਟਾ ਮੋਟਾ ਸਮਾਨ ਜਿਹੜਾ ਹੈਗਾ ਅੱਗੇ ਘਰਾਂ ਦੇ ਵਿੱਚੋਂ ਇਹ ਚੋਰੀ ਕੀਤਾ। ਅਤੇ ਕੁਛ ਇਹਦੀਆਂ CCTV ਕੈਮਰਾਜ਼ ਦੇ ਵਿੱਚ ਫੋਟੋਜ਼ ਵੀ ਸਾਹਮਣੇ ਆਈਆਂ ਸੀ, ਜਿਹਦੇ 'ਚ ਇਹ ਘਰਾਂ ਦੀਆਂ ਛੱਤਾਂ ਦੇ ਉੱਪਰ ਤੁਰਿਆ ਫਿਰਦਾ ਦਿਖਾਈ ਦਿੰਦਾ। ਉੱਥੋਂ ਹੀ ਇਹ ਆਇਡੈਂਟੀਫਾਈ ਹੋਇਆ ਸੀਗਾ CCTV ਕੈਮਰਿਆਂ ਦੇ ਵਿੱਚੋਂ। ਅਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਅਰੈਸਟ ਕਰ ਲਾਂਗੇ। ਅਤੇ ਇਹਦੇ ਵਿੱਚ ਇੱਕ ਹੋਰ ਮੇਰਾ ਜਿਹੜਾ ਸੀਗਾ ਕਿ ਇਹਨੂੰ ਪ੍ਰੀਵੈਂਸ਼ਨ ਵਾਸਤੇ ਅਸੀਂ ਕਾਫੀ ਸਟੈਪ ਲੈ ਰਹੇ ਹਾਂ। ਲੋਕਾਂ ਦੇ ਵਿੱਚ ਕਾਫੀ ਬੇਸਿਕਲੀ ਇਸ ਚੀਜ਼ ਦਾ ਡਰ ਸੀਗਾ ਕਿ ਇਹ ਜਿਹੜੇ ਇੰਸੀਡੈਂਟਸ ਜਿਹੜੇ ਹੋ ਰਹੇ ਆ ਇਹ ਕਾਫੀ ਵੱਧ ਗਏ ਆ, ਪਰ ਪ੍ਰੀਵੈਂਟਿਵ ਸਟੈਪ ਵੀ ਇਹਦੇ ਵਾਸਤੇ ਲਏ ਗਏ ਆ। ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਤਾਂ ਜਿਹੜੇ CCTV ਕੈਮਰਾ ਇਹਨਾਂ ਮੈਟਰਸ ਦੇ ਵਿੱਚ ਐਜ਼ ਏ ਡੈਟਰੈਂਟ ਫੈਕਟਰ ਕੰਮ ਕਰਦੇ ਆ, ਇਹ ਬੜਾ ਕ੍ਰਾਈਮ ਨੂੰ ਰੋਕਣ ਵਿੱਚ ਮਦਦ ਕਰਦੇ ਆ। ਉਹ ਅਸੀਂ ਵੀ ਲਗਵਾ ਰਹੇ ਹਾਂ, ਜਿੱਥੇ ਜਿੱਥੇ ਸਾਨੂੰ ਜ਼ਰੂਰਤ ਹੁੰਦੀ ਹੈ ਗਾਈਡ ਵੀ ਕਰਦੇ ਹਾਂ। ਨਾਲ ਹੀ ਜਿਹੜੇ ਚੌਕੀਦਾਰ ਹੈਗੇ ਆ ਉਹਨਾਂ ਨੂੰ ਵੀ ਅਲਰਟ ਰੱਖੀਦਾ ਹੈਗਾ। ਜਿਹੜੇ ਮੁਹੱਲਿਆਂ ਦੇ ਵਿੱਚ ਜਾਂ ਜਿਹੜੇ ਏਰੀਆ ਦੇ ਵਿੱਚ ਚੌਕੀਦਾਰ ਹੈਗੇ ਉਹਨਾਂ ਨੂੰ ਅਲਰਟ ਕਰੀਦਾ। ਨਾਲ ਅਪੀਲ ਵੀ ਕਰਦੇ ਹਾਂ ਕਿ ਜਿਹੜੇ ਕਲੋਨੀਜ਼ ਜਾਂ ਜਿਹੜੇ ਗਲੀਆਂ ਦੇ ਵਿੱਚ ਆਪਾਂ ਅਫੋਰਡ ਕਰ ਸਕਦੇ ਉੱਥੇ ਚੌਕੀਦਾਰ ਵੀ ਅਗਰ ਰੱਖ ਲਏ ਜਾਣ ਤਾਂ ਉਹ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਸਾਡਾ ਐਜ਼ ਏ ਆਈਜ਼ ਐਂਡ ਈਅਰ ਸਾਡਾ ਕੰਮ ਕਰਦੇ ਹੈਗੇ ਆ। ਪੁਲਿਸ ਨੂੰ ਹੋ ਸਗਾ ਐਡੀਸ਼ਨਲ ਇੱਕ ਫੋਰਸ ਜਿਹੜੀ ਹੈਗੀ ਉਹ ਮਿਲਦੀ ਹੈਗੀ ਆ, ਜਿਹਦੀ ਅਸੀਂ ਮਦਦ ਲੈ ਸਕਦੇ ਹਾਂ। ਇਹ ਨਾਲ ਹੀ ਅਸੀਂ ਜਿਹੜੇ PCR ਦੀਆਂ ਗਸ਼ਤਾਂ ਹੈਗੀਆਂ ਉਹਨੂੰ ਵੀ ਰਿਵਾਈਵ ਕੀਤਾ ਹੈਗਾ। ਰਾਤ ਜਿਵੇਂ SHO ਸਾਹਿਬ ਆਪ ਬਾਹਰ ਰਹੇ ਹੈਗੇ ਆ, ਇਹਨਾਂ ਨੇ ਸਾਰਾ ਜਾਇਜ਼ਾ ਲਿਆ ਹੈਗਾ ਵੀ ਰਾਤ ਦੇ ਟਾਈਮ ਕਿੰਨੀ ਕੁ ਮੂਵਮੈਂਟ ਹੁੰਦੀ ਹੈ, ਕਿੱਥੇ ਕਿੱਥੇ PCR ਖੜ੍ਹਦੀ ਹੈ, ਕਿੱਥੇ ਕਿੱਥੇ ਰਾਊਂਡ ਲਗਾਉਣ ਦੀ ਲੋੜ ਹੈ, ਕਿੱਥੇ ਕਿੱਥੇ ਲਾਈਟਾਂ ਘੱਟ ਨੇ ਉੱਥੇ ਲਾਈਟਿੰਗ ਦਾ ਪ੍ਰਬੰਧ ਕਰਾਉਣ ਦੀ ਲੋੜ ਹੈ। ਤਾਂ ਉਹ ਸਾਰਾ ਜਾਇਜ਼ਾ ਲਿਆ ਹੈਗਾ। ਨਾਲ ਹੀ ਅਸੀਂ ਜਿਹੜੇ ਹੈਬਿਚੁਅਲ ਅਫੈਂਡਰਸ ਨੇ, ਜਿਹੜੇ ਪੁਰਾਣੇ ਪਰਚੇ ਜਿਨ੍ਹਾਂ ਦੇ ਖਿਲਾਫ ਹੈਗੇ ਆ, ਉਹਨਾਂ ਦੇ ਖਿਲਾਫ 110 ਦੇ ਕਲੰਦਰ ਦੇ ਰਹੇ ਹਾਂ। ਜਿਹੜੇ ਪੁਰਾਣੇ ਚੋਰ ਹਨ ਉਹਨਾਂ ਨੂੰ ਇੰਟਰੋਗੇਟ ਕਰ ਰਹੇ ਹਾਂ ਲਿਆ ਕੇ। ਤਾਂ ਇਹ ਸਾਰਾ ਕ੍ਰਾਈਮ ਜਦੋਂ ਹੁੰਦਾ ਹੈ, ਕ੍ਰਾਈਮ ਇੰਸੀਡੈਂਟਸ ਜਦੋਂ ਹੁੰਦੇ ਆ ਤਾਂ ਪਬਲਿਕ ਦੇ ਅਤੇ ਪੁਲਿਸ ਦੇ ਕੋਆਪਰੇਸ਼ਨ ਦੀ ਲੋੜ ਪੈਂਦੀ ਹੈ। ਇਹਨਾਂ ਨੂੰ ਆਪਾਂ ਰਲ ਮਿਲ ਕੇ ਜਿਹੜਾ ਬੇਸਿਕਲੀ ਕੋਆਪਰੇਟ ਕਰਕੇ ਇੱਕ ਦੂਜੇ ਦੇ ਸਹਿਯੋਗ ਜਤਾ ਕੇ, ਇੱਕ ਦੂਜੇ 'ਤੇ ਵਿਸ਼ਵਾਸ ਜਤਾ ਕੇ ਇਹਨਾਂ ਨੂੰ ਜਿਹੜੇ ਇੰਸੀਡੈਂਟਸ ਇਸ ਤਰ੍ਹਾਂ ਦੇ ਉਹਨੂੰ ਰੋਕ ਪਾਵਾਂਗੇ। ਇਹਨਾਂ ਨੂੰ ਰੋਕਿਆ ਵੀ ਆਪਾਂ ਪਾਸਟ ਦੇ ਵਿੱਚ ਵੀ ਰੋਕਿਆ ਅਤੇ ਅੱਗੇ ਵੀ ਫਿਊਚਰ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਇਕੱਠੇ ਮਿਲ ਕੇ ਇਸ ਚੀਜ਼ ਨੂੰ ਜਿਹੜਾ ਚੋਰ ਫੜੇ ਨੇ ਉਹਨਾਂ ਦਾ ਪਿਛਲਾ ਰਿਕਾਰਡ ਕਿਵੇਂ ਪਾਇਆ ਗਿਆ ਜੀ? ਜਿਹੜੇ ਚੋਰ ਹੈਗੇ ਇਹਨਾਂ ਦੇ ਵਿੱਚ ਜਿਹੜੇ ਵਹੀਕਲ ਚੋਰ ਨੇ ਉਹਨਾਂ ਦੇ ਖਿਲਾਫ ਇੱਕ ਦੇ ਖਿਲਾਫ 3 ਪਰਚੇ ਨੇ, ਬਾਕੀਆਂ ਦੇ ਖਿਲਾਫ 2-2 ਪਰਚੇ ਹੈਗੇ ਨੇ। ਇੱਕ ਜੱਗਾ ਸਿੰਘ ਆ ਉਹਦੇ ਖਿਲਾਫ 1 ਪਰਚਾ ਹੈਗਾ। ਜਿਹੜਾ ਇਹ ਘਰਾਂ ਦੇ ਵਿੱਚ ਵੜ ਕੇ ਚੋਰੀ ਕਰਦਾ ਸੀ ਹੈਪੀ ਖਾਨ, ਇਹਦੇ ਖਿਲਾਫ ਟੋਟਲ 5 ਪਰਚੇ ਨੇ। ਇਹ ਸਾਰੇ ਪਰਚੇ ਸਿਟੀ ਧੂਰੀ ਦੇ ਪਰਚੇ ਨੇ। ਇਹ ਧੂਰੀ ਸਿਟੀ ਦਾ ਹੀ ਰਹਿਣ ਵਾਲਾ, ਇੱਥੇ ਪਰਚੇ ਹੈ। ਜਿਹੜਾ ਲਾਸਟ ਪਰਚਾ ਹੋਇਆ ਇਹਦੇ ਵਿੱਚ 10ਵੇਂ ਮਹੀਨੇ 2022 'ਚ ਹੋਇਆ। ਤਾਂ ਇਹਦੇ ਵਿੱਚ ਮਤਲਬ ਜੇ 10ਵੇਂ ਮਹੀਨੇ 'ਚ ਅੰਦਰ ਗਿਆ ਤਾਂ 12ਵੇਂ ਮਹੀਨੇ 'ਚ ਆਇਆ ਹੋਇਆ। ਉਸ ਤੋਂ ਬਾਅਦ ਆਉਣ ਸਾਰੀ ਇਹਨੇ ਮਤਲਬ ਵਾਰਦਾਤਾਂ ਜਿਹੜੀਆਂ ਇਹ ਸਟਾਰਟ ਕਰ ਦਿੱਤੀਆਂ। ਕੀ ਕੋਰਟ 'ਚ ਪੇਸ਼ ਕੀਤੀਆਂ ਇਹਨਾਂ ਨੂੰ? ਇਹਨਾਂ ਨੂੰ ਹਜੇ ਅਸੀਂ ਹਜੇ ਫੜਿਆ ਹੈਗਾ, ਐਪਰੀਹੈਂਡ ਕਰ ਲਿਆ। ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਹੈਗੇ ਆ ਅਤੇ ਆਫਟਰ ਦੈਟ ਇਹਨਾਂ ਦੇ ਜਿਹੜੇ ਸਹਿਯੋਗੀ ਆ ਉਹਨਾਂ ਦਾ ਵੀ ਪਤਾ ਕਰਕੇ ਉਹਨਾਂ ਨੂੰ ਵੀ ਐਪਰੀਹੈਂਡ ਕਰਾਂਗੇ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਇਹੀ ਜੀ ਮੈਂ ਜੋ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਦੂਸਰੇ 'ਤੇ ਟਰਸਟ ਕਰਨਾ, ਇੱਕ ਦੂਜੇ 'ਤੇ ਕੌਨਫੀਡੈਂਸ ਰੱਖਣਾ, ਇੱਕ ਦੂਸਰੇ ਨਾਲ ਸਹਿਯੋਗ ਕਰਨਾ ਬਹੁਤ ਇੰਪੋਰਟੈਂਟ ਹੈ। ਜਦੋਂ ਵੀ ਇਹੋ ਜਿਹੀਆਂ ਘਟਨਾਵਾਂ 'ਚ ਵਾਧਾ ਹੁੰਦਾ ਤਾਂ ਆਪਾਂ ਰਲ ਮਿਲ ਕੇ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਨਜਿੱਠੀਏ। ਪਾਸਟ ਦੇ ਵਿੱਚ ਵੀ ਆਪਾਂ ਨਜਿੱਠਿਆ ਤਾਂ ਆਪਾਂ ਇਨ ਫਿਊਚਰ ਵੀ ਅਤੇ ਪ੍ਰੈਜ਼ੈਂਟ 'ਚ ਵੀ ਆਪਾਂ ਇਹਨੂੰ ਨਜਿੱਠਾਂਗੇ। ਤੇ ਅੱਜ ਸਰ ਕਿੰਨੇ ਮੋਟਰਸਾਈਕਲ ਕਬਜ਼ੇ ਕਰੇ ਨੇ ਅੱਜ? ਅੱਜ ਟੋਟਲ 5 ਮੋਟਰਸਾਈਕਲ ਬਰਾਮਦ ਹੋਏ ਹੈ। 3 ਵਿਅਕਤੀ ਸਰ? 4 ਵਿਅਕਤੀ ਤੇ 4-5 मोटरसाइकिल ਤੇ ਇੱਕ ਵਿਅਕਤੀ ਜਿਹੜਾ ਘਰਾਂ ਦੇ ਵਿੱਚ ਚੋਰੀਆਂ ਕਰਦਾ। अमृतसर की लॉरेंस रोड पर नेहरू शॉपिंग कॉम्प्लेक्स और कांग्रेस सरकार के नगर सुधार ट्रस्ट के चेयरमैन दिनेश बस्सी की ओर से अलॉट किए गए वेरका बूथ को नगर सुधार ट्रस्ट की ओर से हटाया गया। इस मौके पर नगर सुधार ट्रस्ट के कर्मचारियों ने
वेरका बूथ का सारा सामान निकालकर सड़क पर रख दिया। इस दौरान बूथ के मालिक ने कहा कि ट्रस्ट के कर्मचारियों ने बिना नोटिस के ही सारा सामान बाहर निकाल दिया है और बूथ को तोड़ना भी शुरू कर दिया है। उन्होंने कहा कि इस बूथ का माननीय अदालत में स्टे केस चल रहा है, पर ट्रस्ट के अधिकारियों ने इसे मानने से इनकार कर दिया है। वहीं जब इस संबंध में अधिकारियों से बात की गई तो उन्होंने कहा कि ट्रस्ट की ओर से बूथ के मालिक को बूथ खाली करने का 15 दिन पहले नोटिस जारी किया गया था, पर बूथ के मालिक ने इसकी कोई परवाह नहीं की और बूथ के मालिक के परिवार ने सरकारी अधिकारियों के साथ बहसबाजी भी की। अमृतसर से हलचल के लिए सुनील खोसला की रिपोर्ट। किसान मजदूर संघर्ष कमेटी पंजाब की ओर से बंदी सिंहों की रिहाई के लिए कौमी इंसाफ मोर्चे की मांगों संबंधी कैबिनेट मंत्री हरभजन सिंह के जंडियाला गुरु स्थित आवास पर वॉलंटियर नरेश पाठक टीम को मांग पत्र दिया गया। इस मौके पर किसान नेताओं ने मीडिया से बातचीत करते हुए कहा कि कौमी इंसाफ मोर्चे की मांगों पर आवाज उठाने संबंधी पूरे पंजाब में आम आदमी पार्टी के नुमाइंदों, क्षेत्र विधायकों और मंत्रियों को मांग पत्र दिए जा रहे हैं। इसी तरह जंडियाला गुरु में बिजली मंत्री हरभजन सिंह ईटीओ को भी मांग पत्र दिया गया है। जंडियाला गुरु से हलचल के लिए अश्विनी शर्मा की रिपोर्ट। ਪੰਜਾਬ ਤੋਂ ਆਈਟੀ ਸੈੱਲ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਬਾਕੀ ਅੱਜ ਅਸੀਂ ਹਰਭਜਨ ਸਿੰਘ ਈਟੀਓ ਜੋ ਬਿਜਲੀ ਮੰਤਰੀ ਨੇ ਉਹਨਾਂ ਦੇ ਗ੍ਰਹਿ ਵਿਖੇ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰਦਿਆਂ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਮੰਗ ਪੱਤਰ ਦੇਣ ਆਏ ਆ ਔਰ ਇਹ ਮੰਗ ਪੱਤਰ ਦੀਆਂ ਮੰਗਾਂ ਨੇ ਜਿੰਨੇ ਵੀ ਕੈਦੀ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਬੰਦੀ ਸਿੰਘ ਦੇ ਔਰ ਉਸ ਤੋਂ ਇਲਾਵਾ ਜਿਹੜੇ ਵੀ ਵਕੀਲ ਨੇ, ਪੱਤਰਕਾਰ ਨੇ ਜਾਂ ਹੋਰ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾਅ ਕਰਨ ਵਾਸਤੇ ਜਿਹੜੀ ਆ ਮੰਗ ਕੀਤੀ ਗਈ ਆ ਔਰ ਇਹ ਮੰਗ ਪੱਤਰ ਅੱਜ ਜਿਹੜਾ ਅਸੀਂ ਇੱਥੇ ਦੇਣ ਵਾਸਤੇ ਆਏ ਹਾਂ। ਜੀ ਜੋ ਕੌਮੀ ਇਨਸਾਫ ਮੋਰਚੇ ਨੇ ਕਾਲ ਦਿੱਤੀ ਸੀਗੀ ਕਿ ਅੱਜ ਦੇ ਦਿਨ ਵੱਖ-ਵੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਸੀਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਨਾਲ 4 ਹੋਰ ਮੰਗਾਂ ਜਿਹੜੀਆਂ ਜਿਹਦੇ ਵਿੱਚ ਬਹੇਬਲ ਕਲਾਂ ਗੋਲੀकांड ਦੇ ਦੋਸ਼ੀ ਇਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕੀਤਾ ਜਾਵੇ, ਨਾਲ ਗੁਰੂ ਗ੍ਰੰਥ ਦੇ ਦੋਸ਼ੀ ਨੇ ਜਿਹੜੇ ਵੀ ਦੋਸ਼ੀ ਇਹਨਾਂ ਨੂੰ ਫੜ ਕੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਫੜ ਕੇ ਜੇਲ੍ਹਾਂ ਸੁੱਟਿਆ ਜਾਵੇ, ਨਾਲ ਜਿਹੜੇ ਬੰਦੀ ਸਿੰਘ ਆ ਇਸ ਤੋਂ ਇਲਾਵਾ ਬੰਦੀ ਸਿੰਘ ਤੋਂ ਇਲਾਵਾ ਹੋਰ ਵੀ ਬੁੱਧੀਜੀਵੀ ਵਰਗ, ਪ੍ਰੋਫੈਸਰ ਨੇ, ਵਕੀਲ ਨੇ, ਇਸ ਤੋਂ ਇਲਾਵਾ ਜੋ ਵੀ ਸਮਾਜਿਕ ਕਾਰਕੁਨ ਆ ਜੋ ਨਜਾਇਜ਼ ਜੇਲ੍ਹਾਂ 'ਚ ਬੰਦ ਕੀਤੇ ਆ, ਸਾਡੀ ਮੰਗ ਆ ਵੀ ਸਾਰੇ ਜਿਹੜੇ ਆ ਉਹ ਜੇਲ੍ਹਾਂ ਵਿੱਚੋਂ ਰਿਹਾ ਕੀਤੇ ਜਾਣ ਕਿਉਂਕਿ 34 ਸਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਸੋ ਸਰਕਾਰ ਦੀ ਮੌਲਿਕ ਕੋਈ ਵੀ ਆਪਣੇ ਹੱਕ ਨਹੀਂ ਬਣਦਾ ਕਿ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਵੇ ਕਿਉਂਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਕਿੰਨੇ ਕੁ ਬੰਦੇ ਜੇਲ੍ਹਾਂ 'ਚ ਰੱਖੇ ਤੁਹਾਡੇ ਸਾਡੇ ਹਿਸਾਬ ਨਾਲ ਜੋ ਲਿਸਟ ਆ ਜੋ ਬੰਦੀ ਸਿੰਘਾਂ ਦੇ 14-15 ਬੰਦੇ ਆ, ਪਰ ਹਜ਼ਾਰਾਂ ਬੰਦੇ ਜੇਲ੍ਹਾਂ 'ਚ ਬੰਦ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆਗੇ। ਜੋ ਅੰਕੜੇ ਜਿਹੜੇ ਆ ਪ੍ਰੋਪਰ ਮੇਰੇ ਕੋਲ ਨਹੀਂ ਪਰ ਬਹੁਤ ਬੰਦੇ ਆਗੇ ਤੇ ਜੋ ਜੇਲ੍ਹਾਂ 'ਚ ਬੰਦ ਨੇ। ਸਾਡੀ ਮੰਗ ਆ ਕਿ ਤੁਰੰਤ ਜਿਹੜੇ ਆ ਜੀ ਬਿਨਾਂ ਜਾਤ ਪਾਤ ਧਰਮ ਦੇ ਆਧਾਰ ਤੋਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਚੁੱਕੀਆਂ ਵਾ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕੀਤਾ ਜਾਵੇ। ਜੇ ਸਰਕਾਰ ਨਹੀਂ ਮੰਨਦੀ ਫਿਰ ਤੁਹਾਡਾ ਕੀ ਇਹ ਮੋਰਚਾ ਲੱਗਾ ਵਾ, ਹਮਾਇਤ ਦੇ ਰਹੇ ਆ। ਇੱਥੇ ਸੂਬਾ ਕੋਰ ਕਮੇਟੀ ਜਿਹੜੀ ਵਿਚਾਰ ਕਰੂਗੀ ਜੇ ਤਿੱਖੇ ਤੋਂ ਤਿੱਖਾ ਸੰਘਰਸ਼ ਕਰਨਾ ਪਿਆ ਅੱਗੇ ਲੜ ਰਹੇ ਆ ਤੇ लड़िया बगैर कुछ मिलना नहीं हैगा ते लड़ांगे ते उत्ते बड़ी गल नहीं है। नाभा में विधायक गुरदेव सिंह देवमान की ओर से होली का त्योहार बड़ी ही धूमधाम से मनाया गया। इस मौके पर क्षेत्र विधायक गुरदेव सिंह देवमान ने गीत भी गाए और उनकी विदेशी पत्नी ने भी विशेष तौर पर होली का त्योहार मनाने के लिए नाभा पहुंचकर देशवासियों और नाभा वासियों को बधाई दी। इस अवसर पर विधायक देवमान ने कहा कि हम सभी को आपस में भाईचारा बनाकर रखना चाहिए। नाभा से हलचल के लिए राहुल खुराना की रिपोर्ट। पहली होली है आम आदमी पार्टी की सरकार दे विच और सारे नाभा निवासियों के नाल होली सैलीब्रेट कर रही हैं जी। सब रंग ला रही हैं, मुबारकबाद मूँह मिठा करा रही हैं। परमात्मा जिवें जिंदगी दे विच अलग अलग रंग हुंदे आ, जिंदगी दे उस तरीके नाल रंग भी अलग अलग हुंदे आ ते उस तरीके नाल साडी जिंदगी जिहड़ी आ खूबसूरत रहे
ਚੜ੍ਹਦੀ ਕਲਾ 'ਚ ਰਹਿਣ ਸਾਰੇ, ਔਰ ਪ੍ਰਮਾਤਮਾ ਸਭ ਤੇ ਕਿਰਪਾ ਰੱਖੇ, ਸਾਰਿਆਂ ਦੇ ਪਰਿਵਾਰ ਨੂੰ ਸੁਖੀ ਰੱਖੇ, ਸਭ ਦੇ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਬਜ਼ੁਰਗਾਂ ਨੂੰ, ਮਾਤਾ ਪਿਤਾ ਨੂੰ, ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ। ਮੇਰੇ ਵੱਲੋਂ ਨਾਭਾ ਨਿਵਾਸੀਆਂ ਨੂੰ, ਪੂਰੇ ਪੰਜਾਬੀ ਨੂੰ, ਦੁਨੀਆ ਭਰ 'ਚ ਵਸਦੇ ਭਾਰਤੀਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਧਰਮ ਦੇ ਨਾਂ ਤੇ ਦਿੱਤਾ ਫੈਲਾ ਰਹੇ ਨੇ, ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਉੱਤੇ? ਦੇਖੋ, ਧਰਮ ਤਾਂ ਸਭ ਨੂੰ ਜੋੜਦਾ ਹੀ ਹੈ ਜੀ। ਅੱਜ ਹੋਲੀ ਹੈ, ਹੋਲੀ 'ਚ ਕੋਈ ਨਹੀਂ ਦੇਖਦਾ ਕਿ ਕੌਣ ਕੀ ਹੈ ਜੀ, ਬਸ ਇੱਕ ਇਨਸਾਨੀਅਤ ਹੈ, ਇੱਕ ਪਿਆਰ ਹੈ, ਕਿਉਂਕਿ ਪਿਆਰ ਦਾ ਸੁਨੇਹਾ ਦਿੰਦਾ ਹੋਲੀ ਦਾ ਤਿਉਹਾਰ ਜਿਹੜਾ ਸਾਰੇ ਰਲ ਮਿਲ ਕੇ ਇਕੱਠੇ ਸੈਲੀਬ੍ਰੇਟ ਕਰ ਰਹੇ ਆ, ਇੱਕ ਦੂਸਰੇ ਨੂੰ ਰੰਗ ਲਾ ਰਹੇ ਆ, ਆਪਣੀ ਖੁਸ਼ੀ ਜ਼ਾਹਰ ਕਰ ਰਹੇ ਆ, ਮਿੱਠੇ ਮਿੱਠੇ ਪਕਵਾਨ ਖਵਾ ਰਹੇ ਆ, ਔਰ ਕੋਈ ਭੇਦਭਾਵ ਨਹੀਂ ਜੀ। ਇਹੀ ਵਿਲੱਖਣਤਾ ਸਾਡੇ ਤਿਉਹਾਰਾਂ ਦੀ, ਭਾਰਤੀ ਤਿਉਹਾਰ ਜਿੰਨੇ ਨੇ ਸਾਡੇ ਸਾਰੇ, ਉਹਨਾਂ ਦੀ ਇਹੀ ਵਿਲੱਖਣਤਾ, ਚਾਹੇ ਹੋਲੀ ਆ, ਚਾਹੇ ਦੀਵਾਲੀ ਆ, ਚਾਹੇ ਲੋਹੜੀ ਆ, ਜਿੰਨੇ ਵੀ ਸਾਰੇ ਤਿਉਹਾਰ ਨੇ ਉਹਨਾਂ ਦੀ ਵਿਲੱਖਣਤਾ ਇਹ ਹੈ ਕਿ ਜੋੜਨ ਵਾਲੇ ਨੇ, ਤੋੜਨ ਵਾਲੇ ਨਹੀਂ ਹੈਗੇ। ਸੋ ਆਪਾਂ ਸਾਰੇ ਜੁੜ ਕੇ ਰਹੀਏ। ਅੱਜ ਅਸੀਂ ਸਾਰੇ ਇੱਥੇ ਨਾਭਾ ਦੇਵੀਵਾਲਾ ਚੌਂਕ 'ਚ ਹੋਲੀ ਦਾ ਤਿਉਹਾਰ ਮਨਾਉਣ ਲਈ MLA ਦੇਵ ਮਾਨ ਜੀ ਨਾਲ ਆਏ ਆ। ਦੇਵ ਮਾਨ ਜੀ ਨੇ ਆਪਣੇ ਸਾਰੇ ਵਰਕਰਾਂ ਨੂੰ ਕੱਲ੍ਹ ਮੈਸੇਜ ਲਗਾਏ ਸੀ ਵੀ ਸਵੇਰੇ ਉਰੇ ਪਹੁੰਚਣਾ, ਫੁੱਲਾਂ ਦੀ ਹੋਲੀ ਖੇਡੀ ਗਈ ਹੈ, ਰੰਗਾਂ ਦੀ ਹੋਲੀ ਖੇਡੀ ਹੈ। ਅਸੀਂ ਪਰਮਾਤਮਾ ਅੱਗੇ ਹੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਪਰਮਾਤਮਾ ਅੱਗੇ ਵੀ ਸਾਰਿਆਂ ਦੇ ਘਰੇ ਖੁਸ਼ੀਆਂ ਆਉਣ, ਹੋਲੀ ਦਾ ਤਿਉਹਾਰ ਸਾਰੇ ਆਪਾਂ ਅੱਗੇ ਨੂੰ ਵੀ ਰਲ ਕੇ ਮਨਾਈਏ। ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਹੋਲੀ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ। ਵੱਡੀ ਗੱਲ ਮੈਨੂੰ ਅੱਜ ਇੱਕ ਦੇਖਣ ਨੂੰ ਮਿਲੀ ਹੈ ਕਿ ਆਮ ਤੌਰ ਤੇ ਅਸੀਂ ਮੰਤਰੀਆਂ ਦੇ ਘਰਾਂ 'ਚ ਜਾ ਕੇ ਹੋਲੀ ਮਨਾਉਂਦੇ ਸੀਗੇ, ਪਰ ਅੱਜ ਮੈਂ ਇੱਥੇ ਪਹਿਲੀ ਵਾਰ ਦੇਖਿਆ ਕਿ ਹਲਕੇ ਦੇ MLA ਗੁਰਦੇਵ ਸਿੰਘ ਜੀ ਦੇਵਮਾਨ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਔਰ ਮੰਦਰਾਂ ਦੇ ਵਿੱਚ ਜਾ ਕੇ ਆਮ ਲੋਕਾਂ ਦੇ ਨਾਲ ਹੋਲੀ ਦਾ ਪਵਿੱਤਰ ਤਿਉਹਾਰ ਮਨਾ ਰਹੇ ਨੇ। ਇਹ ਬੜੀ ਖੁਸ਼ੀ ਦੀ ਲਹਿਰ ਅੱਜ ਲੋਕਾਂ 'ਚ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਮੁਸਲਮਾਨ ਹੈ, ਔਰ ਸਭ ਨੂੰ ਪਿਆਰ ਦਿਖਾਇਆ। ਮੈਂ ਇੱਕੋ ਚੀਜ਼ ਕਹਿਣੀ ਚਾਹੁੰਦਾ ਕਿ ਦੇਸ਼ ਵਾਸੀਓ, ਪੰਜਾਬ ਦਾ ਜਿਹੜਾ ਮਾਹੌਲ ਆ ਮਸਾਂ ਠੀਕ ਹੋਇਆ, ਆਪਾਂ ਨੇ ਪੰਜਾਬ ਨੂੰ ਸੋਨੇ ਦਾ ਬਣਾ ਕੇ ਛੱਡਣਾ। ਜਿਹੜੀ ਪਾਰਟੀ ਇੱਕ ਇੰਨਾ ਪੰਜਾਬ ਬਾਰੇ ਸੋਚਦੀ ਆ, ਇੱਕ ਰੰਗਤ ਲਿਆਈ ਆ, ਔਰ ਮੈਂ ਵੱਖਰੀ ਚੀਜ਼ ਦੇ ਹੋਲੀ ਖੇਡਿਆ, ਮੈਂ ਲੋਕਾਂ ਨੇ ਰੰਗਾਂ ਨਾਲ ਖੇਡਿਆ। ਮੈਂ ਦੇਵ ਮਾਨ ਜੀ ਨਾਲ, MLA ਸਾਹਿਬ ਨਾਲ ਤੇ ਉਹਨਾਂ ਦੀ ਧਰਮ ਪਤਨੀ ਦੇ ਨਾਲ ਮੈਂ ਤਾਂ ਫੁੱਲਾਂ ਦੀ ਹੋਲੀ ਖੇਡਿਆ।